ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਸਾਡੀ ਕੌਮ ਚੌਧਰਾਂ ਵਾਸਤੇ ਨਹੀਂ, ਅਣਖਾਂ ਤੇ ਧਰਮਾਂ ਵਾਸਤੇ ਲੜਦੀ ਸੀ। ਅੱਜ ਤੁਹਾਨੂੰ ਜੈਤੋ ਦੇ ਮੋਰਚੇ ਦੀ ਬਹੁਤ ਖੁੱਲ੍ਹੀ ਤੇ ਇੱਕ ਅਣਖੀ ਕਹਾਣੀ ਸੁਣਾਉਣੀ ਆ। ਤੁਹਾਨੂੰ ਉਸ ਟਿੱਬੇ ਦੇ ਵੀ ਦਰਸ਼ਨ ਕਰਾਉਣੇ ਆ ਜਿੱਥੇ ਸਾਡੇ ਸੂਰਮਿਆਂ ਦਾ ਖੂਨ ਵਹਿਆ ਤੇ ਡੁੱਲਿਆ। ਤੇ ਅੱਜ ਜੈਤੋ ਵਾਲੇ ਕਿਲੇ ਦੀਆਂ ਢਹਿੰਦੀਆਂ ਕੰਧਾਂ ਸਾਡੀ ਕੌਮ ਦੀ ਚੜ੍ਹਦੀ ਕਲਾ ਤੇ ਦਲੇਰੀ ਦੀਆਂ ਗੱਲਾਂ ਦੱਸਣਗੀਆਂ ਤੁਹਾਨੂੰ। ਆਜੋ ਸੁਣਦੇ ਹਾਂ ਹਰਭੇਜ ਸਿੱਧੂ ਤੋਂ। ਸਤਿ ਸ੍ਰੀ ਅਕਾਲ ਜੀ। ਅੱਜ ਫਿਰ ਬੇहद ਖਾਸ ਕਿਲਾ ਵਿਖਾਉਣਾ ਤੁਹਾਨੂੰ। ਤੁਸੀਂ ਅਕਸਰ ਹੀ ਇੱਕ ਬੋਲੀ ਸੁਣੀ ਹੋਣੀ ਆ, ਜੈਤੋ ਦਾ ਕਿਲਾ ਟਪਾ ਦੂੰ ਵੇ ਜੇ ਕੱਢੀ ਮਾਂ ਦੀ ਗਾਲ। ਇਹ ਜੈਤੋ ਦਾ ਕਿਲਾ, ਅੱਜ ਅਸੀਂ ਜੈਤੋ ਦੇ ਵਿੱਚ ਸਿਰਫ ਕੁਝ ਚੀਜ਼ਾਂ ਹੀ ਬਚੀਆਂ ਨੇ, ਮਤਲਬ ਕਿ ਇੱਕ ਬਰਾਂਡਾ ਤੇ ਇੱਕ ਦੋ ਕਮਰੇ ਤੇ ਕੁਝ ਇੱਟਾਂ ਨਿੱਕੀਆਂ ਨਿੱਕੀਆਂ। ਇਹੀ ਇਸ ਕਿਲੇ ਦੇ ਵਿੱਚ ਵਿਰਾਸਤ ਵਜੋਂ ਕੁਝ ਚੀਜ਼ਾਂ ਬਚੀਆਂ, ਬਾਕੀ ਸਭ ਕੁਝ ਖਤਮ ਹੋ ਚੁੱਕਿਆ। ਤੇ ਜੈਤੋ ਸ਼ਹਿਰ ਇੱਥੋਂ ਲਾ ਲਓ ਸਭ ਵੀ ਮਾਲਵੇ ਦੇ ਵਿੱਚ ਵੱਡਾ ਸ਼ਹਿਰ ਆ। ਤੇ ਤੁਹਾਨੂੰ ਯਾਦ ਹੋਊਗਾ ਕਿ ਜੈਤੋ ਦਾ ਮੋਰਚਾ ਵੀ ਬਹੁਤ ਮਸ਼ਹੂਰ ਹੋਇਆ ਸੀ ਤੇ ਗੰਗਸਰ ਗੁਰਦੁਆਰਾ ਸਾਹਿਬ ਵੀ ਤੁਹਾਡੀਆਂ ਅੱਖਾਂ ਸਾਹਮਣੇ ਆ ਗਿਆ ਹੋਊ। ਤੇ ਉਸ ਸਮੇਂ ਦੇ ਅਕਾਲੀ ਲਹਿਰਾਂ ਵੀ ਤੁਹਾਡੇ ਸਾਹਮਣੇ ਆ ਗਈਆਂ ਹੋਣਗੀਆਂ ਕਿ ਜਦੋਂ 25 ਦੇ ਜੱਥੇ ਤੋਂ ਲੈ ਕੇ 500 ਤੱਕ ਦੇ ਜੱਥੇ ਇੱਥੇ ਆਉਂਦੇ ਸੀ, ਗ੍ਰਿਫਤਾਰੀਆਂ ਦਿੰਦੇ ਸੀ ਤੇ ਸ਼ਹੀਦੀਆਂ ਪਾਉਂਦੇ ਸੀ। ਸਾਰਾ ਹਾਲ ਤੁਹਾਡੇ ਅੱਗੇ ਆ ਗਿਆ ਹੋਊ। ਪਰ ਇਹਦੇ ਨਾਲ ਨਾਲ ਮੈਂ ਦੱਸ ਦਿਆਂ ਵੀ ਇਹ ਨਾਭਾ ਰਿਆਸਤ ਵਿੱਚ ਪੈਂਦਾ ਸੀ। ਨਾਭਾ ਇਹ ਜਿਹੜਾ ਕਿਲਾ ਸੀ ਨਾ, ਬਾਬਾ ਗੁਰਦਿੱਤ ਸਿੰਘ ਨੇ ਬਣਾਇਆ ਸੀ। ਗੁਰਦਿੱਤ ਸਿੰਘ ਜੋ ਚੌਧਰੀ ਫੂਲ ਹੋਇਆ ਵਾ, ਵੱਡੇ ਬਜ਼ੁਰਗ, ਤੇ ਉਹਨਾਂ ਦਾ ਬੇਟਾ ਸੀ ਤਲੋਕ ਸਿੰਘ। ਤਲੋਕ ਸਿੰਘ ਦੇ ਜਾਣ ਤੋਂ ਬਾਅਦ ਗੁਰਦਿੱਤ ਸਿੰਘ ਗੱਦੀ ਤੇ ਬੈਠਿਆ ਸੀ ਤੇ ਉਹਨਾਂ ਨੇ ਇਹ ਕਿਲਾ ਬਣਾਇਆ ਸੀ। ਪਰ ਜਦੋਂ ਆਪਾਂ ਇਤਿਹਾਸ ਦੇ ਪੱਖ ਤੋਂ ਗੱਲ ਕਰਦੇ ਹਾਂ ਤਾਂ ਉਦੋਂ ਗੱਲ ਆ ਜਾਂਦੀ ਹੈ ਰੀਪੂ ਦਮਨ ਦੀ, ਮਹਾਰਾਜਾ ਰੀਪੂ ਦਮਨ ਸਿੰਘ। ਕਿਉਂਕਿ ਉਸ ਸਮੇਂ ਜਿਹੜਾ ਨਾਭਾ ਰਿਆਸਤ ਸੀ ਰੀਪੂ ਦਮਨ ਸਿੰਘ ਕੋਲੇ, ਤਾਂ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਗੱਦੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਤਾਂ ਇਹਦੇ ਵਿਰੋਧ ਦੇ ਵਿੱਚ ਸਿੱਖ ਸੰਗਤ ਜਾਂ SGPC ਉਸ ਸਮੇਂ ਦੀ ਕਹਿ ਸਕਦੇ ਹਾਂ ਕਿ ਮਹਾਰਾਜਾ ਸਾਹਿਬ ਰੀਪੂ ਦਮਨ ਦੇ ਹੱਕ 'ਚ ਨਿੱਤਰੀ ਸੀ। ਤੇ ਕਿਉਂਕਿ ਮਹਾਰਾਜਾ ਰੀਪੂ ਦਮਨ ਸਾਹਿਬ ਜਿਹੜੇ ਸੀਗੇ ਉਹ ਸਿੱਖ ਸੰਗਤ ਦੇ ਪੱਖ ਦੇ ਵਿੱਚ ਸੀ, ਉਸ ਸਮੇਂ ਦੀਆਂ ਅਕਾਲੀ ਲਹਿਰਾਂ ਦੇ ਪੱਖ ਵਿੱਚ ਚੱਲਦੇ ਸੀ। ਤੇ ਜਿਹੜੀ ਕਿ ਅਕਸਰ ਹੀ ਪਟਿਆਲਾ ਰਿਆਸਤ ਤੇ ਨਾਭਾ ਰਿਆਸਤ ਦੇ ਵਿੱਚ ਰੜਕ ਦਾ ਕਾਰਨ ਬਣਦੀ ਸੀ ਕਿ ਜਿਹੜੀ ਪਟਿਆਲਾ ਰਿਆਸਤ ਸੀ ਇਹ ਅੰਗਰੇਜ਼ਾਂ ਵਾਲੇ ਪਾਸੇ ਸੀ ਤੇ ਜਿਹੜੀ ਨਾਭਾ ਰਿਆਸਤ ਸੀ ਇਹ ਆਮ ਸਿੱਖ ਸੰਗਤ ਦੇ ਪਾਸੇ ਸੀ। ਇਸੇ ਕਰਕੇ ਦੋਨਾਂ ਦੇ ਵਿੱਚ ਝਗੜਾ ਵੀ ਲੰਮਾ ਸਮਾਂ ਚੱਲਦਾ ਰਿਹਾ। ਤੇ ਅੱਜ ਇਸ ਆਪਾਂ ਕਿਲੇ ਨੂੰ ਵੇਖਾਂਗੇ। ਆਓ ਚੱਲੀਏ। ਦਰਸ਼ਕੋ, ਸੰਨ 1923 ਦੀ ਗੱਲ ਆ ਕਿ ਜਦੋਂ ਮਹਾਰਾਜਾ ਰੀਪੂ ਦਮਨ ਨੂੰ ਨਾਭਾ ਰਿਆਸਤ ਦੇ ਸੀ ਜਿਹੜੇ, ਕਿ ਉਹਨਾਂ ਨੂੰ ਗੱਦੀ ਤੋਂ ਉਤਾਰਿਆ ਗਿਆ। ਕਿਉਂਕਿ ਅੰਗਰੇਜ਼ਾਂ ਦੇ ਵਿੱਚ ਪਹਿਲਾਂ ਹੀ ਸੀ ਗੱਲ ਕਿ ਇਹ ਕੋਈ ਇਹੋ ਜਿਹੀ ਹਰਕਤ ਕਰੇ ਤਾਂ ਅਸੀਂ ਇਹਨੂੰ ਗੱਦੀ ਤੋਂ ਉਤਾਰੀਏ। ਤੇ ਜਦੋਂ ਗੱਦੀ ਤੋਂ ਉਤਾਰਤਾ ਗਿਆ ਤਾਂ ਸਿੱਖ ਸੰਗਤ ਦੇ ਵਿੱਚ ਵੀ ਬਹੁਤ ਰੋਸ ਪੈਦਾ ਹੋਇਆ। ਕੁਝ ਉਸ ਸਮੇਂ ਦੇ ਲੀਡਰਾਂ 'ਚ ਵਿਵਾਦ ਵੀ ਸੀਗਾ ਕਿ ਆਪਾਂ ਇਹਦੀ ਮਦਦ ਕਿਉਂ ਕਰਨੀ, ਤੇ ਕੁਝ ਸਿੱਖਾਂ, ਕੁਝ ਉਸ ਸਮੇਂ ਦੇ ਵਿਦਵਾਨਾਂ ਦਾ ਮਤ ਸੀ ਕਿ ਆਪਾਂ ਮਦਦ ਕਰਨੀ ਚਾਹੀਦੀ ਆ, ਕਿਉਂਕਿ ਮਹਾਰਾਜਾ ਨਾਭਾ ਨੇ ਆਪਣੇ ਹੱਕਾਂ ਦੇ ਲਈ ਹੀ ਆਵਾਜ਼ ਉਠਾਈ ਸੀ। ਇਸੇ ਕਰਕੇ ਉਹਨੂੰ ਨੁਕਸਾਨ ਝੱਲਣਾ ਪੈ ਰਿਹਾ। ਤੇ ਇਸੇ ਕਰਕੇ ਜਿਹੜੇ ਪਟਿਆਲਾ ਰਿਆਸਤ ਤੇ ਨਾਭਾ ਰਿਆਸਤ ਆਪਸ ਵਿੱਚ ਉਹਨਾਂ ਦੀ ਖੜਕਦੀ ਰਹੀ। ਜਿਹੜਾ ਪਟਿਆਲਾ ਰਿਆਸਤ ਸੀ ਇਹ ਪੱਖ ਅੰਗਰੇਜ਼ਾਂ ਦਾ ਕਰਦੇ ਸੀ ਤੇ ਨਾਭਾ ਰਿਆਸਤ ਆਮ ਸਿੱਖ ਸੰਗਤ ਦਾ। ਇੱਥੋਂ ਹੀ ਰੀਪੂ ਦਮਨ ਸਾਹਿਬ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਤਾਂ ਅਕਾਲੀ ਦਲ ਦੇ ਜੱਥੇ ਵੀ ਆਉਣੇ ਸ਼ੁਰੂ ਹੋ ਗਏ। ਤਾਂ ਰੀਪੂ ਦਮਨ ਸਾਹਿਬ ਦੇ ਹੱਕ ਦੇ ਵਿੱਚ ਗੰਗਸਰ ਗੁਰਦੁਆਰਾ ਸਾਹਿਬ ਦਾ ਜਦੋਂ ਜ਼ਿਕਰ ਆਉਂਦਾ ਤਾਂ ਇੱਥੇ ਮੋਰਚੇ ਲੱਗਦੇ ਰਹੇ। ਪਹਿਲਾਂ 25 ਸਿੰਘ ਆਉਂਦੇ ਰਹੇ, ਫਿਰ 50 ਹੋ ਗਏ ਤੇ 50 ਤੋਂ ਫਿਰ 500। ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਇੱਥੇ ਜੱਥੇ ਆਉਂਦੇ ਰਹੇ ਸੀ। ਉਹਨਾਂ ਵਿੱਚ ਬਹੁਤ ਸਾਰੇ ਵੱਡੇ ਵੱਡੇ ਲੀਡਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਜਿਨ੍ਹਾਂ 'ਚ 59 ਬੰਦਿਆਂ ਦਾ ਨਾਂ ਆਉਂਦਾ। ਮਾਸਟਰ ਤਾਰਾ ਸਿੰਘ, ਸੁਰਮੁਖ ਸਿੰਘ ਝਬਾਲ, ਸੇਵਾ ਸਿੰਘ ਠੀਕਰੀ ਵਾਲਾ, ਸੋਹਣ ਸਿੰਘ ਜੋਸ਼, ਇਹਨਾਂ ਦੀਆਂ ਕਵਿਤਾਵਾਂ ਵੀ ਅਕਸਰ ਤੁਸੀਂ ਸੁਣੀਆਂ ਪੜ੍ਹੀਆਂ ਹੋਣਗੀਆਂ। ਇਸ ਕਿਸਮ ਦੇ ਹੋਰ ਵੀ ਬਹੁਤ ਸਾਰੇ ਬੰਦੇ ਸੀ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ। ਅਕਾਲੀ ਦਲ ਤੇ ਨਾਲ ਦੀ ਨਾਲ SGPC ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਵੀ ਇਹ ਸਰਕਾਰੀ ਕੰਮਾਂ 'ਚ ਦਖਲ ਦਿੰਦੇ ਆ। ਕਿਉਂਕਿ ਮਹਾਰਾਜਾ ਖਿਲਾਫ ਇਹਨਾਂ ਨੇ ਦੋਸ਼ ਅੰਗਰੇਜ਼ਾਂ ਨੇ ਲਾਇਆ ਸੀ ਕਿ ਇਹ ਬਾਦਸ਼ਾਹ ਦੇ ਖਿਲਾਫ ਬਗਾਵਤ ਕਰ ਰਹੇ ਆ, ਇਹ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਬਗਾਵਤ ਕਰ ਰਹੇ ਆ। ਇਸੇ ਦੋਸ਼ ਦੇ ਤਹਿਤ ਹੀ ਇਹਨਾਂ ਨੂੰ ਗੱਦੀ ਤੋਂ ਉਤਾਰਿਆ ਗਿਆ ਸੀ। ਤਾਂ ਉਹਨਾਂ ਦੀ ਬਚੀ ਹੋਈ ਨਿਸ਼ਾਨੀ ਹੈ ਇਹ ਕਿਲਾ। ਤੇ ਜਦੋਂ ਗੱਦੀ ਤੋਂ ਉਤਾਰਿਆ ਗਿਆ ਸੀ ਮਹਾਰਾਜਾ ਸਾਹਿਬ ਨੂੰ, ਤਾਂ ਉਹਨਾਂ ਦੇ ਸਮਰਥਨ ਦੇ ਵਿੱਚ ਹੀ ਕਾਂਗਰਸ ਦੇ ਵੱਡੇ ਨੇਤਾ, ਜਿਨ੍ਹਾਂ ਵਿੱਚ ਜਵਾਹਰ ਲਾਲ ਨਹਿਰੂ ਜੀ ਦਾ ਨਾਂ ਆਉਂਦਾ, ਉਹ ਇੱਥੇ ਆਏ ਸੀ ਤੇ ਇਸੇ ਥਾਣੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਸੀ। ਇੱਥੇ ਉਸ ਸਮੇਂ ਦੀ FRI ਵੀ ਉਵੇਂ ਪਈ ਹੋਈ ਆ, ਹਜੇ ਤੱਕ ਸਾਂਭੀ ਪਈ ਆ। ਪਰ ਇਹ ਕਿਲਾ ਹਜੇ ਤੱਕ ਵੀ ਸਾਂਭਿਆ ਨਹੀਂ ਗਿਆ, ਹੈ ਨਾ। ਛੱਤਾਂ ਡਿੱਗ ਰਹੀਆਂ ਨੇ, ਇੱਟਾਂ ਬਚੀਆਂ ਨੇ। ਇਹ ਕੋਈ ਸਧਾਰਨ ਇੱਟਾਂ ਨਹੀਂ, ਇਹ ਉਸ ਸਮੇਂ ਦੀਆਂ ਇੱਟਾਂ ਨੇ ਜਦੋਂ ਸਾਡੇ ਲਈ ਇੱਕ ਕਹ ਲਓ ਕਿ ਸਾਡੀ ਰਿਆਸਤ ਦੇ ਸਿੱਧੂ ਰਿਆਸਤ ਸੀ, ਕਹ ਲਓ ਕਿ ਫੂਲਕੀਆ ਵੰਸ਼ ਦੇ ਵਿੱਚ ਸਿੱਧੂ ਪਰਿਵਾਰ ਨੂੰ ਸੰਬੰਧ ਰੱਖਦੇ ਸੀ, ਉਹਨਾਂ ਨੇ ਸਿੱਖ ਕੌਮ ਦੇ ਲਈ ਆਪਣੀ ਗੱਦੀ ਨੂੰ ਤਿਆਗਿਆ ਤੇ ਬਹੁਤ ਸਾਰੇ ਸੰਘਰਸ਼ ਕੀਤੇ। ਅੱਜ ਆਪਾਂ ਇਸ ਬਾਰੇ ਗੱਲਬਾਤ ਕਰ ਰਹੇ ਹਾਂ। ਅੰਗਰੇਜ਼ਾਂ ਨੇ ਉਸ ਸਮੇਂ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰਤਾ ਸੀ
ਤੇ ਸਾਡੀ ਕੌਮ ਦੀ ਲੜਾਈ ਸੀ ਕਿ ਅਸੀਂ ਉਸੇ ਤਰ੍ਹਾਂ ਅਖੰਡ ਪਾਠ ਸਾਹਿਬ ਉੱਥੇ ਕਰਾਉਣਾ। ਇਸ ਟਿੱਬੇ ਦੇ ਉੱਪਰ ਤੋਪ ਲਾਈ ਗਈ। ਜਦੋਂ ਕੋਈ ਨਿਸ਼ਾਨ ਸਾਹਿਬ ਲੈ ਕੇ ਅੱਗੇ ਆਉਂਦਾ ਸੀ ਤਾਂ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਸੀ, ਪਰ ਪਿਛਲਾ ਪਿੱਛੇ ਨਹੀਂ ਸੀ ਮੁੜਦਾ, ਨਿਸ਼ਾਨ ਸਾਹਿਬ ਚੱਕਦਾ ਸੀ ਤੇ ਅੱਗੇ ਲੈ ਕੇ ਜਾਂਦਾ ਸੀ। ਇਹੀ ਸਾਡੀ ਕੌਮ ਦੀ ਲੜਾਈ ਸੀ। ਤੇ ਜਦੋਂ ਗੁਰਦੁਆਰਾ ਸਾਹਿਬ 'ਚ ਜਾ ਕੇ ਅਖੰਡ ਪਾਠ ਪ੍ਰਕਾਸ਼ਿਤ ਕੀਤਾ ਗਿਆ ਤਾਂ ਇਹੀ ਸਾਡੀ ਜਿੱਤ ਸੀ। ਦਰਸ਼ਕੋ, ਜਦੋਂ ਨਾ ਇੰਨੀਆਂ ਵੱਡੀਆਂ ਗ੍ਰਿਫਤਾਰੀਆਂ ਹੋ ਰਹੀਆਂ ਸੀ, ਵੱਡੇ ਲੀਡਰ ਗ੍ਰਿਫਤਾਰ ਹੋ ਰਹੇ ਸੀ, ਤੇ ਇਹਦੇ ਨਾਲ ਨਾ ਨਾਭਾ ਦਾ ਰਿਆਸਤ ਦਾ ਜੋ ਅੰਦੋਲਨ ਸੀ ਕੁਚਲਿਆ ਨਹੀਂ ਸੀ ਗਿਆ। ਇਹਦੇ ਨਾਲ ਕੀ ਇੱਕ ਜਨ ਅੰਦੋਲਨ ਬਣ ਗਿਆ ਸੀ, ਲੋਕਾਂ 'ਚ ਲਹਿਰ ਉੱਠ ਖੜੀ ਸੀ, ਭਾਈ ਸਾਡੇ ਰਾਜੇ ਨੂੰ ਗੱਦੀ ਤੋਂ ਉਤਾਰਿਆ ਗਿਆ ਵਾ। ਇਸੇ ਤਹਿਤ ਹੀ ਨਾ ਜਦੋਂ ਜੱਥੇ ਦਰਬਾਰ ਸਾਹਿਬ ਤੋਂ ਜੈਤੋ ਵੱਲ ਨੂੰ ਆਉਂਦੇ ਸੀ ਤਾਂ ਉਦੋਂ ਜਿਹੜੇ ਹਿੰਦੂ, ਮੁਸਲਿਮ, ਸਿੱਖ ਸਾਰੇ ਰਲ ਮਿਲ ਕੇ ਜੱਥਿਆਂ ਦੇ ਗਲਾਂ 'ਚ ਹਾਰ ਪਾਉਂਦੇ ਸੀਗੇ, ਉਸ ਹੌਸਲਾ ਵਧਾਉਂਦੇ ਸੀ, ਜਕਾਰੇ ਛੱਡੇ ਜਾਂਦੇ ਸੀ, ਭਾਈ ਤੁਸੀਂ ਕੁਰਬਾਨੀ ਕਰਨ ਚੱਲੇ ਹੋ। ਇਸ ਕਿਸਮ ਦੀਆਂ ਲਹਿਰਾਂ ਬਣ ਗਈਆਂ ਸੀ ਪਿੰਡ ਦੇ ਵਿੱਚ, ਤੇ ਕੁਰਬਾਨੀਆਂ ਦੇ ਦੌਰ ਵੀ ਸ਼ੁਰੂ ਹੋ ਗਏ ਸੀਗੇ। ਇੱਥੇ ਹੀ ਮੈਂ ਤੁਹਾਨੂੰ ਨਾਲ ਦੱਸਦੇ ਵੀ ਲਾਹੌਰ ਕੋਲ ਜਗ੍ਹਾ ਪੈਂਦੀ ਆ ਭਾਈ ਫੇਰੂ, ਉੱਥੇ ਵੀ ਅੰਦੋਲਨ ਚੱਲ ਰਿਹਾ ਸੀ, ਉੱਥੇ ਵੀ ਅਕਾਲੀ ਦਲ ਕਹ ਲਓ ਕਿ ਕੁਰਬਾਨੀਆਂ ਕਰ ਰਿਹਾ ਸੀ ਉਸ ਸਮੇਂ ਦਾ। ਗੱਲ ਇਹ ਸੀ ਕਿ ਉੱਥੇ ਜਿਹੜਾ ਮਹੰਤ ਹੁੰਦਾ ਸੀਗਾ ਉਹ ਅਕਾਲੀਆਂ ਨੂੰ ਬਰਦਾਸ਼ਤ ਨਹੀਂ ਸੀ ਕਰ ਰਿਹਾ। ਉਹਨੇ ਕੀ ਕੀਤਾ ਕਿ ਅਕਾਲੀਆਂ ਨੂੰ ਤਾਂ ਕਿਹਾ ਵੀ ਇਹ ਧੱਕੇ ਨਾਲ ਅੰਦਰ ਵੜਦੇ ਆ। ਇਸੇ ਤਹਿਤ ਹੀ ਉਹਨੇ ਅਕਾਲੀਆਂ ਦੇ ਖਿਲਾਫ ਸਾਜ਼ਿਸ਼ਾਂ ਸ਼ੁਰੂ ਕਰਤੀਆਂ ਸੀ, ਤਾਂ ਉੱਧਰ ਫਿਰ ਅਕਾਲੀ ਦਲ ਉੱਧਰ ਵੀ ਮੋਰਚੇ ਲਾਉਣੇ ਸ਼ੁਰੂ ਕਰਤੇ ਸੀ। ਇਸੇ ਤਹਿਤ ਹੀ ਅੰਗਰੇਜ਼ ਸਰਕਾਰ ਹੋਰ ਗੁੱਸੇ 'ਚ ਆ ਗਈ ਵੀ ਪਹਿਲਾਂ ਤਾਂ ਜੈਤੋ ਦਾ ਮੋਰਚਾ ਨਹੀਂ ਸੀ ਲੋਟ ਆਉਂਦਾ ਤੇ ਵਿੱਚ ਹੀ ਭਾਈ ਫੇਰੂ ਦਾ ਆ ਗਿਆ। ਕੋਈ ਗੁਰਦੁਆਰਿਆਂ ਦੇ ਅਧਿਕਾਰ ਦਾ ਰੌਲਾ ਵੀ ਚੱਲ ਰਿਹਾ ਸੀ ਉਸ ਸਮੇਂ ਦੇ ਵਿੱਚ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਜੱਥਾ 500 ਦਾ ਗੰਗਸਰ ਗੁਰਦੁਆਰਾ ਸਾਹਿਬ ਕੋਲ ਆਇਆ ਤਾਂ ਅੰਗਰੇਜ਼ੀ ਸਰਕਾਰ ਨੇ ਗੋਲੀ ਚਲਾਤੀ ਤੇ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ, ਸ਼ਹਾਦਤਾਂ ਹੋਈਆਂ। ਇਸੇ ਤਹਿਤ ਦੇਸ਼ ਦੇ ਵਿੱਚ ਹਮਦਰਦੀ ਜੁੜ ਗਈ, ਲੋਕ ਲਹਿਰ ਉੱਠ ਖੜੀ। ਉਸ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਵਰਕਿੰਗ ਕਮੇਟੀ ਸੀ ਜਿਹੜੀ ਜਿਹਦਾ ਪ੍ਰਧਾਨ ਉਸ ਸਮੇਂ ਮੁਹੰਮਦ ਅਲੀ ਜਿਨਾਹ ਸੀ, ਉਹਨੇ ਵੀ ਅਫਸੋਸ ਦਾ ਮਤਾ ਪਾਸ ਕੀਤਾ ਵੀ ਇਹ ਬਹੁਤ ਮਾੜਾ ਹੋਇਆ, ਦੁਨੀਆ ਦੇ ਵਿੱਚ ਲਾਲਾ ਹੋ ਗਈ ਵੀ ਇਹ ਕੁਰਬਾਨੀਆਂ ਹੋ ਰਹੀਆਂ ਨੇ। ਇਸੇ ਤਰੀਕੇ ਨਾਲ ਜੈਤੋ ਉਸ ਸਮੇਂ ਹਾਈਲਾਈਟ ਹੋਇਆ, ਗੰਗਸਰ ਗੁਰਦੁਆਰਾ ਵੀ ਹਾਈਲਾਈਟ ਹੋਇਆ ਵੀ ਭਾਈ ਇਹ ਕੁਛ ਹੋ ਰਿਹਾ ਇੱਥੇ। ਇਹ ਦਰਸ਼ਕੋ, ਜਿਹੜੀਆਂ ਕੁਰਬਾਨੀਆਂ ਦੀ ਗੱਲ ਹੋਈ ਸੀ, ਜੈਤੋ ਗੋਲੀ ਚੱਲੀ ਸੀਗੀ, ਸ਼ਹਾਦਤਾਂ ਹੋਈਆਂ ਸੀ, ਉਹ ਸਨ 21 ਫਰਵਰੀ 1924 ਦਾ ਵੇਲਾ ਸੀਗਾ। ਉਸ ਤੋਂ ਬਾਅਦ ਹੀ ਕਹ ਲਓ ਕਿ ਉਸ ਸਮੇਂ ਦਾ ਵਰਲਡ ਅੰਗਰੇਜ਼ ਜਰਨਲ ਸੀਗਾ, ਉਹਨੇ ਫਿਰ ਮੈਕਲਮ ਹੈਲੀ ਨੂੰ ਬਣਾਇਆ ਇੱਥੋਂ ਦਾ ਲੈਫਟੀਨੈਂਟ ਗਵਰਨਰ। ਉਸ ਤੋਂ ਬਾਅਦ ਫਿਰ ਸਮਝੌਤੇ ਹੋਏ ਮਈ ਦੇ ਵਿੱਚ, ਤੇ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਫਿਰ ਅਖੰਡ ਪਾਠ ਸਾਹਿਬ ਬਹਾਲ ਕਰ ਦਿੱਤਾ ਗਿਆ। ਗ੍ਰੰਥੀ ਸਿੰਘਾਂ ਨੇ ਪ੍ਰਕਾਸ਼ ਕੀਤਾ ਤੇ ਗੁਰੂ ਸਾਹਿਬ ਦੇ ਜੋ ਆਖਰੀ ਅਖੰਡ ਪਾਠ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾਇਆ। ਇਹਦੇ ਨਾਲ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਮਗਰ ਇੱਕ ਬੁਰਜੀ ਦੱਸ ਰਹੀ ਆ, ਇਹ ਉਹੀ ਜੇਲ੍ਹ ਆ, ਕਿਉਂਕਿ ਥਾਣਾ ਪਹਿਲਾਂ ਕਿਲਾ ਸੀ, ਫਿਰ ਇਹ ਥਾਣਾ ਬਣਾ ਦਿੱਤਾ ਗਿਆ ਵੀ ਇਸੇ ਬੁਰਜੀ ਦੇ ਕੋਲ ਹੀ ਨਹਿਰੂ ਨੂੰ ਇੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ। ਇਹ ਉਹੀ ਜਗ੍ਹਾ ਵਾ। ਤੇ ਤੁਹਾਨੂੰ ਮੈਂ ਦੱਸਦਾ ਵੀ ਰੀਪੂ ਦਮਨ ਸਾਹਿਬ ਪਹਿਲਾਂ ਵਲਾਇਤ 'ਚ ਰਹਿੰਦੇ ਸੀਗੇ। ਇਹ ਹੀਰਾ ਸਿੰਘ ਦੇ ਸਪੁੱਤਰ ਸੀ ਤੇ ਵਲਾਇਤੋਂ ਆ ਕੇ ਇਹਨਾਂ ਨੇ ਗੱਦੀ ਸਾਂਭੀ ਸੀ ਉਸ ਵੇਲੇ। ਜਿਹੜਾ ਸਮਾਂ ਇਹਨਾਂ ਦਾ ਮਿਲਦਾ ਵਾ 1893 ਦੇ ਵਿੱਚ ਤਾਂ ਜਨਮ ਹੋਇਆ ਸੀ ਤੇ 1912 ਦੇ ਵਿੱਚ ਇਹ ਗੱਦੀ ਤੇ ਬੈਠੇ ਸੀਗੇ। ਤੇ ਹੀਰਾ ਸਿੰਘ ਦੇ ਸਪੁੱਤਰ ਸੀਗੇ। ਹੀਰਾ ਸਿੰਘ ਦਾ ਮਹਿਲ ਵੀ ਤੁਹਾਨੂੰ ਅਲੱਗ ਵਿਖਾਵਾਂਗੇ ਅਲੱਗ ਵੀਡੀਓ ਬਣਾ ਕੇ। ਪਰ ਇਹ ਉਸ ਸਮੇਂ ਦਾ ਕਿਲਾ ਇੰਨਾ ਕੁ ਹੀ ਬਚਿਆ ਵਾ, ਜਿਹਨੂੰ ਆਪਾਂ ਜੈਤੋ ਦਾ ਕਿਲਾ ਅਕਸਰ ਆਪਾਂ ਬੋਲੀਆਂ ਦੇ ਵਿੱਚ ਸੁਣਦੇ ਹੁੰਦੇ ਆ। ਇਹ ਉਹੀ ਕਿਲਾ ਉਸ ਸਮੇਂ ਦਾ। ਦਰਸ਼ਕੋ, ਇਹ ਜਿਹੜਾ ਕਿਲਾ ਨਾ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ, ਨਿੱਕੀਆਂ ਇੱਟਾਂ ਲੱਗੀਆਂ ਹੋਈਆਂ ਨੇ। ਕੁਝ ਇੱਟਾਂ ਵੱਡੀਆਂ ਵੀ ਲਾਈਆਂ ਗਈਆਂ, ਕੁਝ ਬਾਅਦ 'ਚ ਵੀ ਲੱਗੀਆਂ ਹੋਣਗੀਆਂ। ਤੁਹਾਨੂੰ ਮੈਂ ਦੱਸਦੇ ਆ, ਇਹਨਾਂ ਨੂੰ ਸਰਹੰਦੀ ਇੱਟਾਂ ਵੀ ਕਹਿੰਦੇ ਆ, ਭਦੌੜੀ ਇੱਟਾਂ ਵੀ ਕਹਿੰਦੇ ਆ, ਲਖੌਰੀ ਇੱਟਾਂ ਵੀ ਕਹਿੰਦੇ ਆ, ਬਾਦਸ਼ਾਹੀ ਇੱਟਾਂ ਵੀ ਕਹਿੰਦੇ ਆ। ਇਹ ਤੁਸੀਂ ਕਿਸੇ ਵੀ ਰਾਜ, ਸਟੇਟ ਜਾਂ ਕਿਸੇ ਖਿੱਤੇ ਦੇ ਹਿਸਾਬ ਨਾਲ ਬਦਲ ਕੇ ਜਾਓਗੇ ਤਾਂ ਉੱਥੋਂ ਦੇ ਅਲੱਗ-ਅਲੱਗ ਨਾਂ ਹੋਣਗੇ, ਪਰ ਇਹ ਉਸ ਸਮੇਂ ਦੀਆਂ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਵਾ। ਇਹ ਥਾਣਾ ਹੁੰਦਾ, ਇਹ ਕਿਲੇ ਦਾ ਮੇਨ ਗੇਟ ਹੁੰਦਾ ਸੀਗਾ। ਇਹਦੇ ਦਰਵਾਜ਼ੇ ਤੇ ਵੱਡੇ ਕਿੱਲ ਲੱਗੇ ਹੋਏ ਨੇ, ਇਹ ਹਿਫਾਜ਼ਤ ਲਈ, ਕਿਉਂਕਿ ਜਦੋਂ ਗੇਟ ਤੋੜਨ ਦਾ ਕੰਮ ਹੁੰਦਾ ਸੀ, ਉਹ ਦੂਰੋਂ ਕੋਈ ਚੀਜ਼ ਲਿਆ ਕੇ ਜਾਂ ਕਿਸੇ ਹਾਥੀ ਨਾਲ ਟਕਰਾ ਕੇ ਜਾਂ ਕਿਸੇ ਹੋਰ ਚੀਜ਼ ਨਾਲ ਟਕਰਾ ਕੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਪਰ ਜਿਹੜੇ ਕਿੱਲ ਹੁੰਦੇ ਸੀ ਉਹ ਚੀਜ਼ ਨੂੰ ਪਾੜ ਦਿੰਦੇ ਸੀ, ਇਸ ਕਰਕੇ ਗੇਟ ਦਾ ਨੁਕਸਾਨ ਨਹੀਂ ਸੀ ਬਹੁਤਾ ਹੁੰਦਾ। ਇਹ ਸਾਰਾ ਕਿਲਾ ਹੀ ਚੂਨੇ ਦਾ ਬਣਿਆ ਹੋਇਆ। ਹੁਣ ਤਰੇੜਾਂ ਪੈ ਚੁੱਕੀਆਂ, ਪਤਾ ਨਹੀਂ ਕਿਹੜੀ ਇਹ ਜਿਹੀ ਮਾੜੀ ਹਵਾ ਆਵੇ, ਕੋਈ ਬੁੱਲਾ ਆਵੇ ਤਾਂ ਇਹ ਡਿੱਗ ਸਕਦਾ ਵਾ। ਪਰ ਇਹ ਸਾਡੇ ਇਤਿਹਾਸ ਦਾ ਵੱਡਾ ਕਹਿ ਲਓ ਕਿ ਥੰਮ ਆ, ਜਿਹੜਾ ਕਿ ਇਹਦੇ ਡਿੱਗਣ ਦੇ ਨਾਲ ਹੋ ਸਕਦਾ ਆਮ ਲੋਕਾਂ ਦੇ ਵਿੱਚੋਂ ਇਹ ਸਵਾਲ ਵੀ ਮੁੱਕ ਜੂਗਾ ਕਿ ਜਦੋਂ ਆਪਾਂ ਲੰਘਦੇ ਟੱਪਦੇ ਵੇਖਦੇ ਹੁੰਦੇ ਆ ਨਾ, ਯਾਰ ਆਹ ਦਰਵਾਜ਼ਾ ਜਾਂ ਕਾਹਦਾ ਵਾ, ਤਾਂ ਇਹ ਉਹ ਦਰਵਾਜ਼ਾ ਵਾ ਜਿਹੜਾ ਉਸ ਨਾਭਾ ਰਿਆਸਤ ਨੂੰ ਬਿਆਨ ਕਰਦਾ ਵਾ। ਇਹ ਉਸ ਸਮੇਂ ਦਾ ਮਹਾਨ ਰਾਜੇ ਜਿਹੜੇ ਹੋਏ ਸੀਗੇ ਉਹਨਾਂ ਦੀ ਗੱਲਬਾਤ ਕਰਦਾ। ਸਾਰਾ ਚੂਨੇ ਦਾ ਬਣਿਆ ਹੋਇਆ ਵਾ, ਨਿੱਕੀ ਇੱਟ ਲੱਗੀ ਹੋਈ ਆ। ਤੁਹਾਨੂੰ ਮੈਂ ਦੱਸਦੇ ਹਾਂ, ਉੱਥੇ ਇੱਕ ਛੋਟੀਆਂ ਖੇੜਾਂ ਜਿਹੀਆਂ ਵੀ ਬਣੀਆਂ ਹੋਈਆਂ ਨੇ। ਮਤਲਬ ਏਡੀ ਵੱਡੀ ਚੀਜ਼ ਸੀ ਰਿਆਸਤ ਦੀ, ਪਰ ਹੌਲੀ ਉਹ ਤਬਾਹ ਹੋ ਗਈ।
ਕਿ ਤੇ ਦਰਸ਼ਕੋ ਅਗਲੀ ਵਾਰੀ ਫਿਰ ਕੋਈ ਨਵਾਂ ਵਿਸ਼ਾ ਲੈ ਕੇ ਆਪਾਂ ਮਿਲਾਂਗੇ। ਸਤਿ ਸ੍ਰੀ ਅਕਾਲ, ਧੰਨਵਾਦ।